40% ਨੌਜਵਾਨ ਜਿਹੜੇ ਬਾਹਰ ਰਹਿੰਦੇ ਨੇ ਨਾ ਕਿਧਰੇ ਚੱਕਰ ਚਲਾਏ ਆ ਜਾਂ ਦੂਸਰੀ ਸ਼ਾਦੀ ਕੀਤੀ ਹੈ। ਇਹਨਾਂ ਨੇ ਇਹ ਸਮਝਿਆ ਕਿ ਪੁਰਾਣੇ ਦੌਰ ਦੀਆਂ ਜ਼ਨਾਨੀਆਂ ਨੇ ਇਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਅਸੀਂ ਇਸਤੇਮਾਲ ਕਰ ਲਈਏ, ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ। ਹੁਣ ਬਹੁਤ ਜ਼ਿਆਦਾ ਜਣਿਆਂ ਦੀ ਵਜ੍ਹਾ ਨਾਲ ਜਿਹੜਾ ਇੱਥੇ ਬਾਹਰ ਦੇ ਮੁਲਕਾਂ 'ਚ ਤਲਾਕਾਂ ਹੋ ਗਈਆਂ ਕਿਉਂਕਿ ਇਹਨਾਂ ਆਪਣੀਆਂ ਹਰਕਤਾਂ ਜਿਹੜੀਆਂ ਨੇ ਉਹਨਾਂ ਤੋਂ ਬਾਜ਼ ਨਹੀਂ ਆਉਂਦੇ। ਇਸੇ ਤਰ੍ਹਾਂ ਇੱਕ ਨੌਜਵਾਨ ਆਇਆ, ਉਹਦੀ ਬੀਵੀ ਬੜੀ ਚੰਗੀ ਸੀ, ਬਾਹਰ ਦੇ ਮੁਲਕ 'ਚ ਪੈਦਾ ਹੋਈ ਸੀ, ਉਹਨੇ ਸ਼ਾਦੀ ਉਹਦੇ ਨਾਲ ਕੀਤੀ ਸੀ ਤੇ ਉਹ ਕਹਿੰਦਾ ਮੇਰੀ ਬੀਵੀ ਜਿਹੜੀ ਹੈ ਨਾ ਬੜੀ ਸਾਦੀ ਆ, ਉਹਨੂੰ ਕਿਸੇ ਗੱਲ ਦਾ ਪਤਾ ਕੋਈ ਨਹੀਂ, ਨਾ ਹੀ ਉਹ ਫੋਨ ਤੱਕਦੀ ਹੈ ਨਾ ਹੀ ਉਹਨੇ ਕਦੇ ਮੇਰਾ ਫੋਨ ਫਰੋਲਿਆ। ਲੇਕਿਨ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆਉਂਦਾ। ਕੰਮ ਵਾਸਤੇ ਘਰੋਂ ਟਾਈਮ ਨਾਲ ਨਿਕਲ ਆਉਂਦਾ, ਬਾਹਰ ਬਹਿ ਕੇ ਉਹਨੂੰ ਮੈਸੇਜ ਕਰਦਾ ਰਹਿੰਦਾ ਸੀ। ਜਿਸਲੇ ਕੰਮ ਤੋਂ ਆਉਂਦਾ ਸੀ ਲੇਟ ਆਉਂਦਾ ਸੀ ਘਰ, ਬਾਅਦ 'ਚ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਸੀ। ਲੇਕਿਨ ਬੀਵੀ ਅਕਸਰ ਪੁੱਛਦੀ ਸੀ ਤੁਸੀਂ ਇੰਨਾ ਲੇਟ ਆਉਂਦੇ ਹੋ, ਕਿਉਂ ਆਉਂਦੇ ਹੋ? ਜ਼ਾਹਰੀ ਗੱਲ ਹੈ ਉਹਨੂੰ ਸਾਰੇ ਕਾਨੂੰਨਾਂ ਦਾ ਪਤਾ ਕਿ ਇੰਨੇ ਘੰਟੇ ਕੰਮ ਹੁੰਦਾ, ਤੁਸੀਂ ਲੇਟ ਕਿਸ ਵਜ੍ਹਾ ਤੋਂ ਆਉਂਦੇ ਹੋ? ਇਤਨੀ ਦੂਰ ਤੁਹਾਡਾ ਕੰਮ ਹੈ ਤੇ ਤੁਸੀਂ ਇੰਨੇ ਟਾਈਮ 'ਚ ਪਹੁੰਚਦੇ ਹੋ। ਉਹ ਕਹਿੰਦਾ ਸੀ ਨਹੀਂ ਮੈਨੂੰ ਇਸ ਤਰ੍ਹਾਂ ਲੇਟ ਹੋ ਜਾਣਾ, ਓਵਰ ਟਾਈਮ ਮੈਂ ਲਾਇਆ। ਲੇਕਿਨ ਉਹ ਸਾਰਾ ਕੁਝ ਝੂਠਾ, ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਸੀ, ਲੇਕਿਨ ਉਹ ਫਿਰ ਵੀ ਕੰਪਰੋਮਾਈਜ਼ ਕਰਕੇ ਤੇ ਉਹ ਰਹਿ ਰਹੀ ਸੀ। ਲੇਕਿਨ ਉਹਨੂੰ ਨਹੀਂ ਸੀ ਪਤਾ ਕਿ ਉਹਦੀ ਆਪਣੀ ਸਹੇਲੀ ਨਾਲ ਹੀ ਉਹਦਾ ਚੱਕਰ ਪਿਆ ਚੱਲਦਾ। ਉਹ ਅਕਸਰ ਸਹੇਲੀ ਉਹਦੀ ਕਾਰ ਆਉਂਦੀ ਸੀ, ਉਹਨੇ ਇੱਕੋ ਸਹੇਲੀ ਰੱਖੀ ਸੀ, ਹੋਰ ਜ਼ਿਆਦਾ ਉਹਨੇ ਸਹੇਲੀਆਂ ਬਣਾਈਆਂ ਹੀ ਕੋਈ ਨਹੀਂ ਸੀ। ਹਰ ਵਕਤ ਉਹਦੇ ਕੋਲ ਕਾਰ ਆਉਂਦੀ ਸੀ, ਉਹਦਾ ਛੋਟਾ ਬੱਚਾ ਸੀ 4 ਸਾਲ ਦਾ, ਉਹਨੂੰ ਤਲਾਕ ਹੋਈ ਸੀ। ਉਹ ਜਿਸਲੇ ਉਹਦੇ ਘਰ ਆਉਂਦੀ ਸੀ ਬਹਿ ਕੇ ਇਕੱਠੀਆਂ ਖਾਂਦੀਆਂ ਪੀਂਦੀਆਂ ਸੀ ਤੇ ਜਣਾ ਵੀ ਅਕਸਰ ਜਿਸਲੇ ਆਉਂਦਾ ਸੀ ਤੇ ਫਟਾਫਟ ਉੱਠ ਕੇ ਟੁਰ ਜਾਂਦਾ, ਚਲੋ ਤੁਸੀਂ ਆਪੇ 'ਚ ਗੱਲਬਾਤ ਕਰੋ। ਉਹ ਜਨਾਨੀ ਤੇ ਇਹ ਸਮਝੀ ਕਿ ਇਹਦਾ ਜਿਹੜਾ ਉਹਦੇ ਨਾਲ ਚੱਕਰ ਤੇ ਹੈ ਕੋਈ ਨਹੀਂ, ਕੋਈ ਨਾਰਮਲ ਹੀ ਹੈ ਬਿਲਕੁਲ। ਕਿਸੇ ਟਾਈਮ ਆਖਦੀ ਸੀ ਜਾਓ ਜਾ ਕੇ ਇਹਨੂੰ ਜਿਹੜਾ ਘਰ ਛੱਡ ਆਵੋ। ਉਹ ਜਿਸਲੇ ਛੱਡਣ ਜਾਂਦਾ ਸੀ 3-3 4-4 ਘੰਟੇ ਵਾਪਸ ਕੋਈ ਨਹੀਂ ਸੀ ਆਉਂਦਾ, ਪਿੱਛੋਂ ਫੋਨ ਮਾਰਦੀ ਰਹਿੰਦੀ ਸੀ ਤੁਸੀਂ ਗਏ ਕਿੱਧਰ ਹੋ? ਉਹਦੇ ਜ਼ਿਹਨ 'ਚ ਤੇ ਇਹ ਗੱਲ ਹੀ ਕੋਈ ਨਹੀਂ ਸੀ ਆਉਂਦੀ ਕਿ ਇਹ ਉਹਦੇ ਘਰ ਟੁਰ ਜਾਂਦਾ, ਉੱਥੇ ਜਾ ਕੇ 3-4 ਘੰਟੇ ਲਾਉਂਦਾ। ਉਹ ਅਕਸਰ ਇਹਨੂੰ ਆਖਦੀ ਸੀ ਕਿ ਤੁਸੀਂ ਜਿਹੜਾ ਮੈਨੂੰ ਸਮਝ ਨਹੀਂ ਆਉਂਦੀ, ਇਹ ਨਾਲ ਤੇ ਉਹਦਾ ਘਰ ਹੈ, ਤੁਸੀਂ 3-4 ਘੰਟੇ ਬਾਅਦ ਕਿਉਂ ਆਉਂਦੇ ਹੋ? ਕਹਿੰਦੇ ਨਹੀਂ ਮੈਂ ਕਿਸੇ ਮੋੜੇ ਕੋ ਖਲੋ ਜਾਣਾ, ਮੇਰੀ ਕੋਈ ਕਾਲ ਆ ਗਈ ਸੀ। ਬਾਹਰ ਲੋਕਾਂ ਨਹੀਂ ਸੀ ਜ਼ਿਆਦਾ ਫੋਕਸ ਕਰਦੀ। ਇੱਕ ਦਿਨ ਇੰਜ ਹੋਇਆ ਕਿ ਜਿਸਲੇ ਉਹਨੇ ਸਹੇਲੀ ਨੇ ਨਾਲ ਖੜਿਆ ਤੇ ਉਹਦੇ ਘਰ ਛੱਡਣ ਵਾਸਤੇ ਗਿਆ ਤੇ ਕਿਸੇ ਬੰਦੇ ਨੇ ਤੱਕ ਲਿਆ। ਉਹਨੇ ਇਹਦੀ ਜ਼ਨਾਨੀ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਉਹ ਜਿਹੜੀ ਤਲਾਕ ਜਿਹਨੂੰ ਹੋਈ ਹੈ ਉਹਦੇ ਨਾਲ ਜਾ ਕੇ ਅੰਦਰ ਵੜਿਆ ਰਹਿੰਦਾ ਤੇ ਤੈਨੂੰ ਇਸ ਗੱਲ ਦਾ ਕੋਈ ਨਹੀਂ ਪਤਾ। ਉਹਨੇ ਆਖਿਆ ਨਹੀਂ ਮੇਰਾ ਹਸਬੈਂਡ ਇੰਜ ਦਾ ਨਹੀਂ ਹੈ, ਉਹ ਮੈਂ ਜਿਹੜੀ ਗੱਲ ਆਖਣੀ ਆ ਉਹਦੇ ਤੇ ਮੇਰੀ ਜੀ ਕਰਦਾ ਹੈ, ਮੈਂ ਇਹਨੂੰ ਬਹੁਤ ਇੱਜ਼ਤ ਦੇਣੀ ਆ। ਉਹ ਜਿਸਲੇ ਜਣਾ ਘਰ ਆਇਆ ਤੇ ਉਹਨੇ ਪੁੱਛਿਆ ਜਣੇ ਕੋਲੋਂ ਕਿ ਇਸ ਤਰ੍ਹਾਂ ਫਲਾਣਾ ਬੰਦਾ ਆਖਦਾ ਸੀ ਪਿਆ ਕਿ ਤੂੰ ਜਿਹੜਾ ਉਹਦੇ ਨਾਲ ਜਾ ਕੇ ਕੋਈ ਇਸ ਤਰ੍ਹਾਂ ਦੇ ਰਿਲੇਸ਼ਨ ਰੱਖੇ ਨੇ। ਨਹੀਂ ਮੈਂ ਇਸ ਤਰ੍ਹਾਂ ਦੇ ਕਿਉਂ ਰੱਖਣੇ, ਤੈਨੂੰ ਪਤਾ ਘਰ ਆਉਂਦੀ ਹੈ ਜਿਵੇਂ ਬਹਿੰਦੀ ਹੈ ਮੈਂ ਉੱਠ ਕੇ ਟੁਰ ਜਾਣਾ, ਇਹ ਤੂੰ ਕਹਿਨੀ ਹੈ ਤੇ ਤਾਂ ਮੈਂ ਉਹਨੂੰ ਛੱਡ ਕੇ ਆਵਣਾ। ਕਹਿੰਦੀ ਆਹ ਗੱਲ ਤੇ ਆ ਬੰਦੇ ਉਂਝ ਹੀ ਗੱਲਾਂ ਕਰਦੇ ਨੇ, ਤੈਨੂੰ ਪਤਾ ਅੱਜ ਕੱਲ੍ਹ ਸ਼ਾਦੀਆਂ ਤੋੜਨ ਵਾਸਤੇ ਇਹੀ ਕੁਝ। ਜਨਾਨੀ ਫੇਰ ਚੁੱਪ ਕਰ ਗਈ, ਉਹਨੇ ਕੋਈ ਗੱਲਬਾਤ ਨਾ ਕੀਤੀ। ਉਹ ਇੱਕ ਦਿਨ ਇੰਜ ਹੋਇਆ ਕਿ ਉਹ ਘਰ ਉਹਦਾ ਫੋਨ ਪਿਆ ਸੀ, ਉਹਨੇ ਜਿਸਲੇ ਫੋਨ ਤੇ ਕਾਲ ਕੀਤੀ ਨਾ ਤੇ ਉਹ ਜਨਾਨੀ ਨੇ ਕਾਲ ਚੁੱਕ ਲਈ। ਉਹਨੇ ਸਮਝਿਆ ਕਿ ਕੰਮ ਤੇ ਹੋਣਾ, ਲੇਕਿਨ ਉਹ ਕੰਮ ਤੇ ਕੋਈ ਨਹੀਂ ਸੀ, ਉਹ ਇਹ ਘਰ ਹੀ ਸੀ। ਜਿਸਲੇ ਉਹਦੀ ਆਵਾਜ਼ ਸੁਣੀ ਨੇ ਤੇ ਪਰੇਸ਼ਾਨ ਹੋ ਗਈ। ਉਹਨੇ ਆਖਿਆ ਇਹ ਤੇ ਮੇਰੀ ਸਹੇਲੀ ਦੀ ਆਵਾਜ਼ ਹੈ। ਬਹਰਹਾਲ ਉਸ ਟਾਈਮ ਉਹ ਚੁੱਪ ਕਰ ਗਈ, ਉਹਨੇ ਫੋਨ ਉੱਥੇ ਹੀ ਰੱਖ ਦਿੱਤਾ। ਫੋਨ ਜਿਸਲੇ ਰੱਖਿਆ ਤੇ ਬਾਅਦ 'ਚ ਜਣੇ ਨੂੰ ਕਾਲ ਕੀਤੀ, ਉਸ ਤੇ ਉਹਨੇ ਦੱਸ ਦਿੱਤਾ ਕਿ ਅੱਗੇ ਮੈਂ ਕਾਲ ਕੀਤੀ ਹੈ ਤੇ ਤੁਸੀਂ ਅੱਗੋਂ ਬੋਲੇ ਕੋਈ ਨਹੀਂ। ਉਹਨੂੰ ਸਮਝ ਆ ਗਈ ਕਿ ਮੇਰੀ ਜਨਾਨੀ ਨੇ ਕਾਲ ਚੁੱਕੀ ਹੈ ਤੇ ਇਸ ਵਜ੍ਹਾ ਤੋਂ ਇਹ ਮਸਲਾ ਬਣਦਾ ਪਿਆ। ਮੈਨੂੰ ਲੱਗਦਾ ਜਨਾਨੀ ਨੂੰ ਪਤਾ ਲੱਗ ਗਿਆ। ਇੰਜ ਕਰ ਮੇਰੀ ਬੀਵੀ ਨੂੰ ਫੋਨ ਕਰ, ਉਹਨੂੰ ਆਖ ਕੇ ਮੈਂ ਤੇਰੇ ਫੋਨ ਤੇ ਕਾਲ ਕਰਦੀ ਰਹੀ ਹਾਂ ਕਿ ਤੂੰ ਫੋਨ ਨਹੀਂ ਚੁੱਕਿਆ, ਤੇਰਾ ਫੋਨ ਨਹੀਂ ਮਿਲਦਾ, ਇਸ ਵਾਸਤੇ ਮੈਂ ਤੇਰੇ ਹਸਬੈਂਡ ਨੂੰ ਕੀਤਾ ਤੇ ਉਹਨੇ ਵੀ ਅੱਗੋਂ ਫੋਨ ਚੁੱਕ ਕੇ ਤੇ ਹੈਲੋ ਹੁਲੋ ਕੋਈ ਨਹੀਂ ਕੀਤੀ ਜਾਂਦੀ। ਅੱਛਾ ਮੈਂ ਕਰਨੀ ਆ। ਉਹਨੇ ਜਿਸਲੇ ਕਾਲ ਕੀਤੀ ਤੇ ਉਹਨੂੰ ਇਹ ਹੀ ਗੱਲ ਆ ਕਿ ਉਹ ਫਿਰ ਉਸ ਗੱਲ ਤੇ ਯਕੀਨ ਕਰ ਗਈ। ਹਰ ਇੱਕ ਦਿਨ ਇੰਜ ਹੋਇਆ ਕਿ ਉਹ ਜਿਹੜੀ ਉਹਦੀ ਥੱਲੇ ਪਾਰਕਿੰਗ ਹੈ ਉੱਥੇ ਬਹਿ ਕੇ ਨੌਜਵਾਨ ਜਿਹੜਾ ਫੋਨ ਪਿਆ ਸੁਣਦਾ ਸੀ ਤੇ ਅਚਾਨਕ ਜਿਹੜਾ ਨਾ ਉਹਨੇ ਆ ਜਨਾਨੀ ਨੇ ਦਰਵਾਜ਼ਾ ਖੋਲ੍ਹਿਆ। ਉਹਨੇ ਆਖਿਆ ਕਿਹਦੇ ਨਾਲ ਬਹਿ ਕੇ ਗੱਲਾਂ ਪੇ ਕਰਦੇ ਹੋ? ਉਹਨੇ ਆਖਿਆ ਮੈਂ ਗੱਲਾਂ ਛੱਲਾਂ ਨਹੀਂ ਕਰਦਾ, ਮੈਂ ਮੁੰਡੇ ਦਾ ਪਾਕਿਸਤਾਨ ਨੂੰ ਫੋਨ ਸੀ ਤੇ ਮੈਨੂੰ ਕੋਲ ਪੈਸੇ ਮੰਗਦਾ ਹੈ ਪਿਆ ਤੇ ਮੈਂ ਕਿਹਾ ਚੱਲ ਆਪੇ ਤੈਨੂੰ ਦਿਆਂਗਾ। ਉਹ ਆਂਦੀ ਚਲੋ ਮਾਰਕੀਟ ਤੱਕ ਜਾਣਾ ਤੇ ਮੇਰੇ ਨਾਲ ਚੱਲੋ। ਉਹ ਮਾਰਕੀਟ ਜਿਹੜਾ ਉਹਦੇ ਨਾਲ ਗਈ, ਉੱਥੇ ਜਾ ਕੇ ਕਹਿੰਦੀ ਆਪਣਾ ਫੋਨ ਦਿਓ, ਇਹਦੇ ਤੂੰ ਪੈਸੇ ਪੇ ਕਰਨੇ ਨੇ। ਉਹ ਜਿਸ ਵੇਲੇ ਉਹਨੇ ਫੋਨ ਦਿੱਤਾ, ਉਹਨੇ ਫੋਨ ਫਰੋਲ ਕੇ ਤੱਕਿਆ ਤੇ ਵਾਕਈ ਜਿਹੜਾ ਇਹਦੀ ਸਹੇਲੀ ਦਾ ਨੰਬਰ ਸੀ। ਉਹਨੂੰ ਪਤਾ ਲੱਗ ਗਿਆ। ਉਹਨੇ ਆਪਣੇ ਵਾਲਦ ਸਾਹਿਬ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੇਰੀ ਸਹੇਲੀ ਨਾਲ ਇਹ ਚੱਕਰ ਪਿਆ ਚਲਾਉਂਦਾ, ਉਹਨੂੰ ਤਲਾਕ ਹੋਈ ਹੈ ਤੇ ਮੈਨੂੰ ਅੱਗੇ ਵੀ ਬੰਦੇ ਨੇ ਦੱਸਿਆ, ਲੇਕਿਨ ਮੈਂ ਜਿਹੜਾ ਜ਼ਿਆਦਾ ਫੋਕਸ ਨਹੀਂ ਕੀਤਾ। ਤੇ ਤੁਸੀਂ ਇੰਜ ਕਰੋ, ਇਹਨੂੰ ਸਮਝਾਓ, ਮੈਂ ਆਪੂ ਡਾਇਰੈਕਟ ਗੱਲ ਨਹੀਂ ਕਰਨਾ ਚਾਹੁੰਦੀ, ਇਹ ਨਾ ਸਾਡਾ ਮਸਲਾ ਖਰਾਬ ਹੋ ਜਾਏ। ਉਹਨਾਂ ਕਿਹਾ ਠੀਕ ਹੈ ਪੁੱਤਰ ਅਸੀਂ ਕਰਨੇ ਆ ਗੱਲ ਇਹਦੇ ਨਾਲ। ਉਹਨੂੰ ਬੁਲਾ ਕੇ ਇਸੇ ਗੱਲ ਕੀਤੀ। ਉਹਨੇ ਕਿਹਾ ਪੁੱਤਰ ਤੇਰੀਆਂ ਹਰਕਤਾਂ ਦਾ ਪਤਾ ਪਿਆ ਲੱਗਦਾ ਕਿ ਤੂੰ ਇਹਦੀ ਸਹੇਲੀ ਨਾਲ ਜਿਹੜਾ ਜਿਹਨੂੰ ਤਲਾਕ ਹੋਈ ਹੈ ਤੂੰ ਉਹਦੇ ਨਾਲ ਜਾ ਕੇ ਕੋਈ ਗੱਲਬਾਤ ਕਰਨੇ ਪਿਆ। ਉਹਨੇ ਆਖਿਆ ਨਹੀਂ ਅੰਕਲ ਜੀ ਐਂ ਦੀ ਕੋਈ ਗੱਲ ਨਹੀਂ। ਉਹਨੇ ਕਿਹਾ ਪੁੱਤਰ ਗੱਲ ਤੇ ਐਬ ਹੈ, ਇਸ ਵਾਸਤੇ ਤੂੰ ਇਹ ਕੰਮ ਨਾ ਕਰ, ਅਸੀਂ ਤੈਨੂੰ ਬੜੀ ਇੱਜ਼ਤ ਦਿੱਤੀ ਹੈ। ਉਹਨੇ ਆਖਿਆ ਠੀਕ ਹੈ ਅੰਕਲ ਜੀ ਅੱਜ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਲੇਕਿਨ ਕੋਈ ਥੋੜਾ ਜਿਹਾ ਅਰਸਾ ਗੁਜ਼ਰਿਆ ਤੇ ਕਿਸੇ ਬੰਦੇ ਦੱਸਿਆ ਇਹਨੇ ਤੇ ਮਸਜਿਦ ਖੜ ਕੇ ਤੇ ਇਹਦੇ ਨਾਲ ਨਿਕਾਹ ਕਰ ਲਿਆ। ਰਜਿਸਟਰ ਤੇ ਨਹੀਂ ਕਰਾਇਆ ਲੇਕਿਨ ਨਿਕਾਹ ਇਹਦੇ ਨਾਲ ਕਰ ਲਿਆ। ਜੇ ਜਨਾਨੀ ਨੂੰ ਪਤਾ ਲੱਗਾ ਉਹਨੂੰ ਬੜਾ ਵੱਟ ਲੱਗਾ। ਉਹਨੇ ਆਖਿਆ ਇਹ ਕਿਹੜਾ ਕੰਮ ਇਹਨੇ ਕੀਤਾ, ਤੂੰ ਤੇ ਨਿਕਾਹ ਇੱਥੇ ਕਰ ਹੀ ਨਹੀਂ ਸਕਦਾ। ਉਹਨੇ ਜਾ ਸ਼ਿਕਾਇਤ ਲਾਈ ਪੁਲਿਸ ਅੱਗੇ।
ਉਹਨੇ ਆਖਿਆ ਕਿ ਇਹ ਜਿਹੜਾ ਮੇਰਾ ਹਸਬੈਂਡ ਹੈ ਇਹਨੇ ਜਿਹੜਾ ਨਾ ਸਾਡੇ ਇਸ ਤਰੀਕੇ ਨਾਲ ਇਹਦੇ ਨਾਲ ਨਿਕਾਹ ਕੀਤੇ ਆ। ਉਹਨੇ ਆਖਿਆ ਇਹ ਤੇ ਰੱਖ ਹੀ ਨਹੀਂ ਸਕਦਾ ਦੂਸਰੀ ਬੀਵੀ ਕਾਨੂੰਨੀ ਤੌਰ ਤੇ, ਅਗਰ ਤੈਨੂੰ ਤਲਾਕ ਦੇ ਤੇ ਫੇਰ ਇਹ ਨਿਕਾਹ ਕਰ ਸਕਦਾ। ਉਹਨਾਂ ਜਨਾਬ ਸਿੱਧੇ ਟੁਰ ਗਏ ਉੱਥੇ ਮਸਜਿਦ ਜਿਹਨੇ ਨਿਕਾਹ ਕਰਾਇਆ ਸੀ। ਉਹਨੂੰ ਪੁੱਛਿਆ ਕਿ ਇਸ ਤਰ੍ਹਾਂ ਤੂੰ ਨਿਕਾਹ ਕਰਾਇਆ? ਉਹਨੇ ਆਖਿਆ ਜੀ ਬਿਲਕੁਲ ਮੈਂ ਨਿਕਾਹ ਕਰਵਾਇਆ। ਉਹਨੇ ਆਖਿਆ ਜੀ ਠੀਕ ਹੈ। ਉਹਨੂੰ ਬੁਲਾਇਆ ਹਸਬੈਂਡ ਨੂੰ, ਉਹਨੇ ਬੁਲਾ ਕੇ ਉਹਨੇ ਆਖਿਆ ਆਉ ਰਾ ਹਾਂ ਤੂੰ ਤੇ ਅਰੈਸਟ ਹੋ ਹਾਂ। ਉਹਨੂੰ ਪਕੜ ਕੇ ਲੈ ਗਏ। ਬਾਅਦ ਚ ਉਹਨੇ ਬੜੀਆਂ ਹੀ ਕੋਸ਼ਿਸ਼ਾਂ ਕੀਤੀਆਂ ਕਿ ਵਕੀਲ ਕਰਾਂ ਤੇ ਸਾਰੀ ਜ਼ਨਾਨੀ ਕੋਲੋਂ ਮਾਫੀ ਸ਼ਾਫੀ ਮੰਗਾ, ਲੇਕਿਨ ਜ਼ਨਾਨੀ ਮਾਫ ਕਰਨ ਨੂੰ ਤਿਆਰ ਨਹੀਂ ਸੀ। ਜ਼ਾਹਰੀ ਗੱਲ ਹੈ ਉਹਨੇ ਹਰਕਤ ਹੀ ਇਸ ਤਰ੍ਹਾਂ ਦੀ ਕੀਤੀ ਸੀ। ਉਹਨੇ ਆਖਿਆ ਜੀ ਮੈਂ ਇਹਦੇ ਕੋਲੋਂ ਤਲਾਕ ਲੈਣੀ ਹੈ, ਤਲਾਕ ਲੈ ਕੇ ਤੇ ਮੈਂ ਇਹਦੇ ਨਾਲ ਹੁਣ ਰਹਿਣਾ ਨਹੀਂ ਚਾਹੁੰਦੀ। ਪੁਲਿਸ ਨੇ ਆਖਿਆ ਅਗਰ ਤੂੰ ਤਲਾਕ ਲੈਣੀ ਹੈ ਤੇ ਜ਼ਾਹਰੀ ਗੱਲ ਹੈ ਤੇਰੀ ਬਿਨਾਂ ਤੇ ਆਏ ਹੈ, ਇਹਨੇ ਸਾਡੇ ਮੁਲਕ ਜਿਹੜਾ ਧੋਖਾ ਇਸ ਤਰ੍ਹਾਂ ਦਾ ਕੀਤਾ ਹੈ, ਇਹਨੂੰ ਜਿਹੜਾ ਇੱਥੋਂ ਡਿਪੋਰਟ ਕੀਤਾ ਜਾਏਗਾ। ਉਹਨੇ ਆਖਿਆ ਜੀ ਇਹਨੂੰ ਤੁਸੀਂ ਬੇਸ਼ੱਕ ਡਿਪੋਰਟ ਕਰ ਦਿਓ, ਲੇਕਿਨ ਮੈਂ ਜਿਹੜਾ ਇਹਦੇ ਕੋਲ ਤਲਾਕ ਲੈਣੀ। ਉਹਨੇ ਤਲਾਕ ਲੈ ਲਈ। ਢੇਰੋਂ ਵਿਚਾਰੇ ਨੇ ਮਿੰਨਤਾਂ ਕੀਤੀਆਂ ਲੇਕਿਨ ਕੋਈ ਉਹਨੇ ਗੱਲ ਨਾ ਸੁਣੀ। ਉਸ ਤੋਂ ਬਾਅਦ ਜਿਹੜੀ ਦੂਸਰੀ ਸੀ ਜਿਹਦਾ ਬੱਚਾ ਸੀ ਉਹਨੂੰ ਜਨਾਬ ਉਹਨੇ ਆਖਿਆ ਕਿ ਤੈਨੂੰ ਇਤਨਾ ਜੁਰਮਾਨਾ ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ, ਪਹਿਲਾਂ ਤੈਨੂੰ ਕਨਫਰਮ ਕਰਨਾ ਚਾਹੀਦਾ ਸੀ ਸਾਡੇ ਕੋਲੋਂ ਕਿ ਵਾਕਈ ਇਹ ਸ਼ਾਦੀशुदा ਹੈ ਜਾਂ ਨਹੀਂ ਹੈ। ਤੂੰ ਇਸ ਵਾਸਤੇ ਤੂੰ ਇਹਦੀਆਂ ਗੱਲਾਂ ਚਾਹੀਏ ਲੇਕਿਨ ਤੈਨੂੰ ਵੀ ਜਿਹੜਾ ਉਹ ਜੁਰਮਾਨਾ ਹੋਵੇਗਾ। ਪੁਲਿਸ ਨੇ ਉਹਨੂੰ ਵੀ ਜੁਰਮਾਨਾ ਕਰ ਦਿੱਤਾ ਤੇ ਉਹਨੂੰ ਨੌਜਵਾਨ ਨੂੰ ਜਿਹੜਾ ਡਿਪੋਰਟ ਕਰ ਦਿੱਤਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਸਮਝਦੇ ਹੋ ਕਿ ਪੁਰਾਣੇ ਦੌਰ ਦੀਆਂ ਜ਼ਨਾਨੀਆਂ ਨੇ ਉਹ ਕੋਸ਼ਿਸ਼ ਇਹ ਕਰਦੀਆਂ ਨੇ ਕਿ ਆਪਣੇ ਜਣੇ ਨਾਲ ਜਿਹੜਾ ਠੀਕ ਰਵੀਏ, ਕਿਸੇ ਕਿਸਮ ਦਾ ਮਸਲਾ ਨਾ ਬਣੇ, ਲੇਕਿਨ ਜਣੇ ਸਮਝਦੇ ਨੇ ਸਾਡੀ ਜ਼ਨਾਨੀ ਤੇ ਸਾਦੀ ਹੈ, ਇਹਨੂੰ ਕਿਸੇ ਗੱਲ ਦਾ ਪਤਾ ਕੋਈ ਨਹੀਂ, ਇਹਨੇ ਕਿਹੜਾ ਕਿਸੇ ਗੱਲ ਤੇ ਬੋਲਣਾ ਹੈ। ਲੇਕਿਨ ਇਸ ਤਰ੍ਹਾਂ ਨਹੀਂ ਹੁੰਦਾ। ਜ਼ਨਾਨੀਆਂ ਨੂੰ ਸਾਰੀਆਂ ਗੱਲਾਂ ਦੀ ਖਬਰ ਹੁੰਦੀ ਹੈ ਲੇਕਿਨ ਉਹ ਚੁੱਪ ਕਰ ਰਹਿੰਦੀਆਂ ਨੇ ਆਪਣਾ ਘਰ ਵਸਾਉਣ ਵਾਸਤੇ। ਉਹ ਇਹ ਨਹੀਂ ਕੋਸ਼ਿਸ਼ ਕਰਦੀਆਂ ਕਿ ਜਣੇ ਨਾਲ ਲੜਾਈ ਲਾਈਏ ਤੇ ਕੰਮ ਵਧਾਈਏ, ਲੇਕਿਨ ਜਣੇ ਜਿਹੜੇ ਨੇ ਹੋਰ ਪਾਸੇ ਟੁਰ ਪੈਂਦੇ ਨੇ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਕੋਸ਼ਿਸ਼ ਕਰਿਆ ਕਰੋ ਜਿਹੜੀ ਤੁਹਾਡੀ ਸ਼ਾਦੀ ਹੋਈ ਹੈ ਉਸੇ ਬੀਵੀ ਨਾਲ ਰਵੋ, ਸਹੀ ਚੱਲਦਾ ਰਵੇ। ਬਾਕੀ ਅਗਰ ਇਹ ਮੈਂ ਹਮੇਸ਼ਾ ਹੀ ਤੁਹਾਨੂੰ ਕਹਿਣਾ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾਹ ਹਾਫਿਜ਼।